बिस्मिल्लाह। वेलकम करना मैं दोनों अपने यूट्यूब चैनल ਤੇ ਉਮੀਦ ਕਰਨਾ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਤੁਹਾਡੀ ਈਦ ਵੀ ਮੇਰੇ ਤਰ੍ਹਾਂ ਬਿਹਤਰ ਗੁਜ਼ਰੀ ਹੋਵੇਗੀ। ਸਾਡੀ ਈਦ ਤਾਂ ਫਿਰ ਟੈਨਸ਼ਨਾਂ 'ਚ ਪਰੇਸ਼ਾਨੀਆਂ ਅਤੇ ਕਦੀ ਬਹਿ ਕੇ ਗੁਜ਼ਰੀਏ ਅਤੇ ਉਮੀਦ ਕਰਨਾ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਅਤੇ ਇਹ ਮੈਂ ਗਿਆ ਸਾਂ ਆਪਦੇ ਪਿੰਡ ਈਦ ਦੇ ਦੂਸਰੇ ਦਿਨ ਅਸੀਂ ਗਏ ਸਾਂ ਆਪਦੇ ਪਿੰਡ ਅਤੇ ਇਹਦਾ ਦੂਸਰਾ ਦਿਨ ਪਿੰਡ ਵਿੱਚ ਇੰਜੋਏ ਕਰਨ ਗਏ ਸਾਂ ਜਿੱਥੇ ਗੰਦਮ ਬੀਜੀ ਹੋਈ ਉੱਥੇ। ਅਤੇ ਆ ਵੇਖ ਲਓ ਗੰਦਮ ਦਾ ਸੀਜ਼ਨ ਸਟਾਰਟ ਹੋ ਚੁੱਕਾ ਹੈ। ਮੇਰਾ ਵਲੋਗ ਅੱਜ ਦਾ ਵਲੋਗ ਸਿਰਫ ਗੰਦਮ ਦੇ ਬਾਰੇ ਕਿ ਗੰਦਮ ਦੀ ਫਸਲ ਦੇ ਬਾਰੇ ਅੱਜ ਦਾ ਮੈਂ ਵਲੋਗ ਕਰ ਰਿਹਾ ਕਿ ਗੰਦਮ ਦੀ ਫਸਲ ਕਿਸ ਤਰ੍ਹਾਂ ਹੁੰਦੀ ਹੈ। ਅਤੇ ਹੁਣ ਗੰਦਮ ਦੀ ਫਸਲ ਦਾ ਹੋ ਗਿਆ ਸੀਜ਼ਨ ਸਟਾਰਟ ਅਤੇ ਫਿਰ ਇਸ ਲਈ ਮੈਂ ਆਖਿਆ ਤੁਹਾਨੂੰ ਅੱਜ ਗੰਦਮ ਦੇ ਬਾਰੇ ਵਲੋਗ ਬਣਾ ਕੇ ਸਾਨੂੰ ਵਿਖਾਈਏ ਕਿਉਂਕਿ ਹੁਣ ਗੰਦਮ ਦੀ ਕਟਾਈ ਸ਼ੁਰੂ ਹੋਣ ਲੱਗੀ ਹੈ ਪੱਕਣ ਤੋਂ ਬਾਅਦ। ਅਤੇ ਇਹ ਵੇਖ ਸਕਦੇ ਜਿਵੇਂ ਗੰਦਮ ਦੀ ਫਸਲਾਂ 'ਚੋਂ ਗੁਜ਼ਰ ਰਹੇ ਹਾਂ ਇਸ ਟਾਈਮ ਜ਼ਮੀਨ ਸੋਨਾ ਉਗਰ ਰਹੀ ਹੈ। ਮਤਲਬ ਗੰਦਮ ਵੇਖ ਲਓ ਸੋਨੇ ਰੰਗਾ ਰੰਗ ਹੈ ਗੰਦਮ ਦਾ। ਕਿੱਡਾ ਪਿਆਰਾ ਫਸਲਾਂ ਲੱਗ ਰਹੀਆਂ ਨੇ ਗੰਦਮ ਦੀਆਂ ਪੱਕੀਆਂ ਹੋਈਆਂ। ਮੈਂ ਤੁਹਾਨੂੰ ਵਿਖਾ ਰਿਹਾ ਨਾਲ ਫੋਕਸ ਮਾਰ ਕੇ ਕਿ ਕਿਸ ਤਰ੍ਹਾਂ ਲੱਗਦੀਆਂ ਨੇ ਗੰਦਮ ਦੀਆਂ ਫਸਲਾਂ। ਵੇਖਦੇ ਚਲੋ ਨਾਲ ਫਸਲਾਂ ਕਿੰਨੀਆਂ ਪਿਆਰੀਆਂ ਨੇ। ਅਤੇ ਇਹ ਸੀਜ਼ਨ ਹੁਣ ਸ਼ੁਰੂ ਹੈਗਾ ਗੰਦਮ ਦਾ। ਅਤੇ ਇਹ ਵੇਖ ਲਓ ਹੁਣ ਗੰਦਮ ਕਿੱਥੋਂ ਸ਼ੁਰੂ ਹੋਈ ਹੁਣ 6 ਮਹੀਨੇ 'ਚ ਆ ਚੁੱਕੀ ਹੈ ਅਤੇ ਹੁਣ ਪੱਕਣ ਤੱਕ ਆ ਚੁੱਕੀ ਹੈ। ਕਿਵੇਂ ਮਰਲੇ ਗੁਜ਼ਰੇ 3 ਪਾਣੀ ਲੱਗੇ ਅਤੇ 3-4 ਖਾਦਾਂ ਲੱਗੀਆਂ। ਫਿਰ ਉਸ ਤੋਂ ਬਾਅਦ ਸਪਰੇਅ ਲੈਦਾ ਅਤੇ ਇੰਨੇ ਖਰਚੇ ਤੋਂ ਬਾਅਦ ਹੁਣ ਜਾ ਕੇ ਪੱਕੀ ਹੈ। ਅਤੇ ਅਗਾਂਹ ਹੁਕੂਮਤ ਦੀ ਤਰਫੋਂ ਰੇਟ ਨਾ ਦੇਣਾ ਬਹੁਤ ਜ਼ਿਆਦੀ ਕਿਸਾਨਾਂ ਨਾਲ। ਅਤੇ ਅੱਲਾ ਕਿਸਾਨਾਂ ਦਾ ਭਲਾ ਕਰੇ ਆਮੀਨ। ਅਤੇ ਵੇਖ ਸਕਦੇ ਜੇ ਤੁਸੀਂ ਫਸਲਾਂ ਕਿਸ ਤਰ੍ਹਾਂ ਪਿਆਰੀਆਂ ਲੱਗ ਰਹੀਆਂ ਨੇ। ਹੁਣ ਇਸੇ ਗੰਦਮ ਤੋਂ ਜਿਹੜੇ ਪਕਾਈ ਹੋਣੀ ਹੈ ਫਿਰ ਇਹਨਾਂ ਨਾਲ ਮਸ਼ੀਨ ਲੱਗੇਗੀ, ਥ੍ਰੈਸ਼ਰ ਲੱਗੇਗੀ, ਕੋਈ ਹਾਰਵੈਸਟਰ ਲਵਾਏਗਾ ਅਤੇ ਫਿਰ ਗੰਦਮ ਨਿਕਲੇਗੀ। ਫਿਰ ਇਸ ਤੋਂ ਇਹਦੇ ਤੋਂ ਤੂੜੀ ਲਈ ਜਾਂਦੀ ਹੈ। ਤੂੜੀ ਕਿਹੜੀ ਹੁੰਦੀ ਹੈ? ਉਹ ਹੁੰਦੀ ਹੈ ਤੂੜੀ ਹੁੰਦੀ ਹੈ ਮੱਛੀਆਂ ਦੇ ਚਾਰੇ ਵਾਸਤੇ ਇਸਤੇਮਾਲ ਕੀਤੀ ਜਾਂਦੀ ਹੈ। ਉਹਨਾਂ ਦੇ ਚਾਰੇ ਵਿੱਚ ਪਾ ਕੇ ਦਿੱਤੀ ਜਾਂਦੀ ਹੈ, ਮੱਛੀਆਂ ਨੂੰ ਖਵਾਈ ਜਾਂਦੀ ਹੈ। ਤੂੜੀ ਜਿਹੜੀ ਹੁੰਦੀ ਹੈ ਉਹ ਵੀ ਇਸ ਗੰਦਮ ਤੋਂ ਹਾਸਲ ਕੀਤੀ ਜਾਂਦੀ ਹੈ। ਮੈਦਾ, ਆਟਾ ਹਰ ਚੀਜ਼ ਆਪਾਂ ਇਸ ਗੰਦਮ ਤੋਂ ਹਾਸਲ ਕਰਦੇ ਹਾਂ। ਅਤੇ ਹੁਣ ਵੇਖੋ ਇਹ ਪੱਕਣ 'ਤੇ ਆ ਚੁੱਕੀ ਹੈ। ਇਹਦੇ ਸਭ ਤੋਂ ਕਟਾਈ ਦੇ ਮਲਾਇਰ ਮੈਂ ਤੁਹਾਨੂੰ ਦੱਸ ਦੇਣਾ। ਸਭ ਤੋਂ ਪਹਿਲੇ ਪੱਕੇਗੀ, ਪੱਕਣ ਤੋਂ ਬਾਅਦ ਫਿਰ ਇਹਨੂੰ ਕਟਵਾਇਆ ਜਾਂਦਾ ਹੈ ਬੰਦਿਆਂ ਤੋਂ ਮਜ਼ਦੂਰੀ ਕਰਨ। ਅਤੇ 1 ਕਿੱਲੇ ਦੀ ਮੈਂ 3 ਜਾਂ 4 ਮਣ ਚੱਲ ਰਹੀ ਹੈ ਇਸ ਟਾਈਮ ਦਿਹਾੜੀ 1 ਕਿੱਲੇ ਵਿੱਚ ਗੰਦਮ ਦੀ। ਅਤੇ ਉਸ ਤੋਂ ਬਾਅਦ ਫਿਰ ਕਟਾਈ ਕਰਨ ਤੋਂ ਬਾਅਦ ਇਹਨਾਂ ਨੂੰ ਫਿਰ ਬੰਨ੍ਹਿਆ ਜਾਂਦਾ ਹੈ। ਬੰਨ੍ਹਣ ਤੋਂ ਬਾਅਦ ਫਿਰ ਇਸ ਫਸਲ ਨੂੰ ਅੱਗੇ ਤਿਆਰ ਕੀਤਾ ਜਾਂਦਾ ਹੈ ਅਗਲੇ ਮਰਲੇ ਵਾਸਤੇ। ਫਿਰ ਰੱਖ ਦਿੱਤਾ ਜਾਂਦਾ ਹੈ ਜਿਸ ਲਈ ਮਸ਼ੀਨ ਲੱਭ ਜਾਏ ਥ੍ਰੈਸ਼ਰ। ਉਹ ਥ੍ਰੈਸ਼ਰ ਲਿਆ ਕੇ ਇਹਨੂੰ ਫਿਰ ਮਸ਼ੀਨ ਲਾਈ ਜਾਂਦੀ, ਹਾਰਵੈਸਟਿੰਗ ਹੁੰਦੀ ਇਹਦੀ ਗੰਦਮ ਦੀ ਫਸਲ ਦੀ। ਹਾਰਵੈਸਟਿੰਗ ਹੋਣ ਤੋਂ ਬਾਅਦ ਫਿਰ ਇਹਨੂੰ ਨਾ ਚੰਗੀ ਤਰ੍ਹਾਂ ਇਸ ਗੰਦਮ ਦੀ ਫਸਲ ਨੂੰ ਹਾਰਵੈਸਟਿੰਗ ਕਰਨ ਤੋਂ ਬਾਅਦ ਅਗਲੇ ਮਰਲੇ ਵਾਸਤੇ ਫਿਰ ਕੀਤਾ ਜਾਂਦਾ ਹੈ। ਮਸ਼ੀਨ ਵਿੱਚ ਹਾਰਵੈਸਟਿੰਗ ਹੁੰਦੀ ਹੈ, ਸੱਟਿਆ ਜਾਂਦਾ ਹੈ। ਫਿਰ ਇੱਕ ਤਰਫ ਗੰਦਮ ਨਿਕਲ ਰਹੀ ਹੁੰਦੀ ਹੈ, ਦੂਸਰੀ ਤਰਫ ਜੋ ਕਿ ਤੂੜੀ ਗੱਠਾ ਹੁੰਦਾ ਹੈ ਉਹ ਤੂੜੀ ਬਾਅਦ 'ਤੇ ਦੂਜੇ ਪਾਸੇ ਚਲਾ ਜਾਂਦਾ ਹੈ। ਤੂੜੀ ਲਹਿਦਾ ਹੋ ਜਾਂਦੀ ਹੈ। ਫਿਰ ਉਸ ਤੂੜੀ ਨੂੰ ਦਾ ਵੀ ਰੇਟ ਅੱਜ ਕੱਲ੍ਹ 30-40 ਹਜ਼ਾਰ ਰੁਪਈਆ ਹੈਗਾ 1 ਕਿੱਲੇ ਦਾ ਤੂੜੀ ਦਾ ਰੇਟ ਵੀ। ਅਤੇ ਕੁਛ ਬੰਦੇ ਵੇਚ ਲੈਂਦੇ ਨੇ ਅਤੇ ਕੁਛ ਹੁੰਦੇ ਨੇ ਆਪਦੇ ਫਸਲਾਂ ਮੱਛੀਆਂ ਵਾਸਤੇ ਰੱਖ ਲੈਂਦੇ ਨੇ। ਉਹਨਾਂ ਚਾਰੇ ਵਿੱਚ ਪਾ ਕੇ ਮੱਛੀਆਂ ਨੂੰ ਖਿਲਾਉਂਦੇ ਨੇ। ਇਹ ਜੇ ਮਰਲਾ ਗੰਦਮ ਦੀ ਫਸਲ ਦਾ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਵੇਚਿਆ ਜਾਂਦਾ ਹੈ। ਵੇਚਣ ਤੋਂ ਬਾਅਦ ਫਿਰ ਇਹਨਾਂ ਰੇਟ ਲਏ ਜਾਂਦੇ ਜੋ ਕਿ ਇਸ ਸਾਲ ਬਹੁਤ ਕਮ ਰੇਟ ਹੈ। ਕਿਸਾਨਾਂ ਨੇ ਖਰਚਾ ਬਹੁਤ ਹੋਇਆ, ਰੇਟ ਉਹ ਨਹੀਂ ਮਿਲ ਰਿਹਾ ਜੋ ਕਿ ਬਹੁਤ ਅਫਸੋਸ ਦੀ ਗੱਲ ਹੈ। ਫਿਰ ਉਸ ਤੋਂ ਬਾਅਦ ਦੂਸਰਾ ਤਰੀਕਾ ਹੁੰਦਾ ਹੈ ਗੰਦਮ ਦੀ ਫਸਲ ਦਾ। ਦੂਸਰਾ ਤਰੀਕਾ ਹੈਗਾ ਹਾਰਵੈਸਟਰ ਲਾਉਣ ਵਾਲਾ। ਹਾਰਵੈਸਟਰ ਲਾਈ ਜਾਂਦੀ ਗੰਦਮ ਦੀ ਫਸਲ ਨੂੰ। ਹਾਰਵੈਸਟਿੰਗ ਦੇ ਦੌਰਾਨ ਫਿਰ ਤੂੜੀ ਨਹੀਂ ਨਿਕਲਦੀ। ਹੁਣ ਤਾਂ ਮਸ਼ੀਨ ਆ ਗਈ ਹੈ ਤੂੜੀ ਕੱਢਣ ਵਾਲੀ ਵੀ। ਹਾਰਵੈਸਟਰ ਦੇ ਜ਼ਰੀਏ ਫਿਰ ਗੰਦਮ ਨੂੰ ਕੱਟਿਆ ਜਾਂਦਾ, ਉਹ ਸਾਰੀ ਕੱਟ ਤੋਂ ਉਵੇਂ ਗੰਦਮ ਕੱਢੀ ਰੱਖਦੀ ਨਾਲ। ਅਤੇ ਇਸ ਦੇ ਨਾਲ ਮੈਨੂੰ ਦਿਓ ਇਜਾਜ਼ਤ। ਆਪਦਾ ਬਹੁਤ ਸਾਰਾ ਖਿਆਲ ਰੱਖਿਆ ਜੀ, ਦੁਆ ਵਿੱਚ ਯਾਦ ਰੱਖਿਆ ਜੀ। ਇਸ ਦੁਆ ਨਾਲ ਕਿ ਅੱਲਾ ਕਿਸਾਨਾਂ ਦਾ ਭਲਾ ਕਰੇ, ਉਹਨਾਂ ਨੂੰ ਅੱਛੇ ਰੇਟ ਦੇਵੇ। ਕਿਸੇ ਕਿਸਾਨ ਨੂੰ
ਅੱਛਾ ਉਸ ਤੋਂ ਬਾਅਦ ਅਸੀਂ ਨਾ ਅੱਜ ਦੁਬਾਰਾ ਆਏ ਹਾਂ ਕਿਉਂਕਿ ਅਸੀਂ ਵੇਖਣ ਆਏ ਸਾਂ ਅੱਜ ਟਾਕਿਆਂ ਟੂਕਿਆਂ ਦੇਣ ਵਾਸਤੇ ਆਏ ਸਾਂ ਜਿਹੜੇ ਗੰਦਮ ਦੇ ਬਣਦੇ ਨੇ ਭੰਨਣ ਵਾਸਤੇ ਤਾਂ ਕਿ ਕੋਈ ਵਾਹ ਆਵੇ ਟੁੱਟੇ ਨਾ ਗੰਦਮ ਕੋਈ ਆਂਦੀ ਆ ਜਾਂਦੀ ਹਨੇਰਾ ਆ ਜਾਂਦਾ ਬਾਰਿਸ਼ ਆ ਜਾਂਦੀ ਹਵਾ ਨਾਲ ਗੰਦਮ ਉੱਡੇ ਨਾ ਇਸ ਲਈ ਹੁਣ ਬੰਨ੍ਹਣਾ ਪੈਂਦਾ ਹੈ ਤਾਂ ਬੰਨ੍ਹਣ ਲਈ ਅਸੀਂ ਟਾਕਿਆਂ ਲੈਣ 'ਤੇ ਆਏ ਅਤੇ ਅਸੀਂ ਵੇਖਿਆ ਕਿ ਸਾਡਾ ਤਕਰੀਬਨ ਸਾਰੇ 1 ਕਿੱਲਾ ਪੂਰਾ ਹੋ ਚੁੱਕਾ ਹੈ ਕੱਟਿਆ ਜਾ ਚੁੱਕਾ ਹੈ ਉਹਦੀ ਕਟਾਈ ਪੂਰੀ ਹੋ ਚੁੱਕੀ ਹੈ ਕਿੱਲੇ ਦੀ ਅਤੇ ਦੂਸਰਾ ਕਿੱਲਾ ਵੀ ਤਕਰੀਬਨ ਅੱਧੇ ਨਾਲੋਂ ਜ਼ਿਆਦਾ ਉਹ ਵੀ ਹੋ ਚੁੱਕਾ ਹੈ ਅਤੇ ਉਹ ਅੱਜ ਵੇਖਿਆ ਸੀ ਅਤੇ ਖੁਸ਼ੀ ਹੋਈ ਸਾਨੂੰ ਵੇਖ ਕੇ ਕਿ ਤਕਰੀਬਨ ਕੰਮ ਪੂਰਾ ਹੋ ਚੁੱਕਾ ਹੈ ਤਾਂ ਫਿਰ ਟਾਕੀਆਂ ਦੇਣੀਆਂ ਸਨ ਅਸੀਂ ਅੱਜ ਕਿਉਂਕਿ ਕੱਲ੍ਹ ਇਨਸ਼ਾਅੱਲਾ ਉਮੀਦ ਹੈ ਕੱਲ੍ਹ ਤੱਕ ਦੂਜਾ ਕਿੱਲਾ ਵੀ ਹੋ ਜਾਏਗਾ ਪੂਰਾ ਅਤੇ 2-3 ਦਿਨ ਤੱਕ ਇਨਸ਼ਾਅੱਲਾ ਅਸੀਂ ਹਾਰਵੈਸਟਿੰਗ ਵੀ ਕਰ ਦੇਣੀ ਹੈ ਮਸ਼ੀਨ ਵੀ ਲਗਾ ਦੇਣੀ ਹੈ ਥ੍ਰੈਸ਼ਰ ਲਗਾ ਦੇਣੀ ਹੈ ਗੰਦਮ ਨੂੰ ਫਿਰ ਉਸ ਤੋਂ ਬਾਅਦ ਥ੍ਰੈਸ਼ਿੰਗ ਲਾਉਣ ਤੋਂ ਬਾਅਦ ਫਿਰ ਵੇਚਣ ਵਾਸਤੇ ਦੇਣੀ ਪੈਂਦੀ ਹੈ ਮਤਲਬ ਕਿ 2-3 ਦਿਨਾਂ ਵਿੱਚ ਅਸੀਂ ਹਾਰਵੈਸਟਿੰਗ ਕਰਨੀ ਹੈ ਇਸ ਲਈ ਅਸੀਂ ਅੱਜ ਟਾਕੀਆਂ ਟੁਕੀਆਂ ਵੀ ਦੇ ਦਿੱਤੀਆਂ ਨੇ ਤਾਂ ਕਿ ਬੰਨਿਆ ਜਾ ਸਕੇ ਸਾਰੇ ਜਿਹੜੀ ਕੱਟੀ ਜਾ ਚੁੱਕੀ ਉਹਨੂੰ ਬੰਨ੍ਹ ਤੇ ਫਿਰ ਉਹਨੂੰ ਨਾ ਈਜ਼ੀਲੀ ਬੰਦਾ ਅੱਗੇ ਥ੍ਰੈਸ਼ਰ ਵਾਸਤੇ ਮਰਲੇ ਵਾਸਤੇ ਯੂਜ਼ ਕਰ ਸਕੇ ਅਤੇ ਵੇਖ ਸਕਦੇ ਜੇ ਸਾਰਾ ਹੋ ਚੁੱਕਿਆ ਤਕਰੀਬਨ ਦੂਜਾ ਕਿੱਲਾ ਵੀ ਆਉਣ ਵਾਲਾ ਹੈ ਅਤੇ ਪਹਿਲਾ ਹੋ ਚੁੱਕਿਆ ਪੂਰਾ ਅਤੇ ਸਾਡੀ ਤਕਰੀਬਨ ਸਾਰਾ ਹੋ ਗਿਆ ਕੰਮ ਬਾਕੀ ਇਹ ਦੁੱਖ ਹੈਗਾ ਕਿ ਰੇਟ ਉਹ ਨਹੀਂ ਮਿਲ ਰਿਹਾ ਦੁੱਖ ਤਾਂ ਹੁੰਦਾ ਫਿਰ ਕਿਉਂਕਿ ਕਹਿੰਦੇ ਨੇ ਕਿਸੇ ਨੇ ਕਿਹਾ ਸੀ ਕਿ ਕਿਸਾਨ ਵਾਹਿਦ ਬੰਦਾ ਹੈ ਜਿਹੜਾ ਵੱਢਦੇ ਮਹਿੰਗਾਈ ਦੇ ਨਾਲ ਆਪਣੀ ਮਰਜ਼ੀ 'ਤੇ ਰੇਟ ਵੀ ਨਹੀਂ ਲਾ ਸਕਦਾ ਗੰਦਮ ਦੇ ਉਹਦੇ ਵਾਸਤੇ ਉਹਨੂੰ ਹੁਕੂਮਤ 'ਤੇ ਡਿਪੈਂਡ ਹੋਣਾ ਪੈਂਦਾ ਹੈ ਅਤੇ ਅਗਰ ਹੁਕੂਮਤ ਨੂੰ ਰੇਟ ਨਹੀਂ ਦਿੱਤੇ ਜੋ ਕਿ ਦੁੱਖ ਵੀ ਹੋ ਰਿਹਾ ਬਹੁਤ ਲੇਕਿਨ ਅੱਲਾ ਦੀ ਯਕੀਨ ਰੱਖ ਕੇ ਸਭ ਕੁਛ ਬੰਦਾ ਕਰਦਾ ਹੈ ਅੱਲਾ ਹੀ ਬਿਹਤਰ ਕਰੇਗਾ ਸਾਡੇ ਕਿਸਾਨਾਂ ਦਾ ਵੀ ਉਮੀਦ ਹੈ ਇਨਸ਼ਾਅੱਲਾ ਅਤੇ ਵੇਖ ਸਕਦੇ ਜੇ ਤੁਸੀਂ ਹੁਣ ਮੈਂ ਵੇਖਿਆ ਤਾਂ ਪਰ ਕੱਟ ਲਿਆ ਹਾਂਜੀ नहीं पट्टी नहीं दी है कपड़ा ही घर के लिए उधर गया तो काट लो नहीं सही ने बोटियां नहीं ਨਾ ਇਹ ਤੁਸੀਂ ਨਾ ਉਹਨਾਂ ਕਿਹਾ ਸੀ ਅੱਜ ਸ਼ੁਰੂ ਕਰ ਦਿਆ ਬੰਨਾ बंद जैसे ਹਾਂ आपको तो जरूर ऐसी घंटे से बात ਸਮਝੇ ਨਾ घंटे से बात जैसी ऐसी ये सिर्फ बड़ा ਇਹ ਵੇਖ ਸਕਦੇ ਜੇ ਤੁਸੀਂ ਪੂਰਾ ਕਿੱਲਾ ਹੋ ਚੁੱਕਾ ਹੈ ਕੱਟਿਆ ਜਾ ਚੁੱਕਾ ਹੈ ਇਹ ਵੀ ਪੂਰੇ ਕਿੱਲੇ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ ਵੇਖ ਲੱਗ ਸਕਦੇ ਜੇ ਇਸ ਤੋਂ ਬਾਅਦ ਬੰਨਿਆ ਜਾਵੇ ਇਹਦਾ ਲੀਰਾਂ ਨਾਲ ਤਾਂ ਕਿ ਇਹ ਜਗ੍ਹਾ ਇਕੱਠੀ ਹੋ ਜਾਏ ਫਿਰ ਉਸ ਤੋਂ ਬਾਅਦ ਥ੍ਰੈਸ਼ਰ ਦੀ ਸੱਟਣ ਦੀ ਆਸਾਨੀ ਵੀ ਹੁੰਦੀ ਹੈ ਉਸ ਲਈ ਫਿਰ ਇਹਨਾਂ ਲੀਰਾਂ ਨਾਲ ਇੱਕ ਨੂੰ ਬੰਨਿਆ ਜਾਏਗਾ ਵੇਖ ਨਹੀਂ ਤਾਂ ਐਵੇਂ ਫਿਰ ਸੁੱਟਣਾ ਔਖਾ ਹੁੰਦਾ ਮਸ਼ੀਨ 'ਚ ਥ੍ਰੈਸ਼ਰ ਮਸ਼ੀਨ 'ਚ ਫਿਰ ਹਜੇ ਸਾਰਾ ਕਿੱਲਾ ਹੋ ਚੁੱਕਾ ਹੈ ਇਹ ਵੇਖੋ अच्छा सारा किला हो चुका है टोटल कटिया जा चुका है जो कि तुम वेख ही सकते जी इस तरह का प्रोसैस होंगे गंदम की कटाई का देखो देखो जे सिट्टा जे सिट्टा गंदम का सिट्टा देख सकते जी इहदे विचों गंदम निकलेगी फिर इहदे तो बाद तो आटा ते मैदा बनाया जाता है ये चलो सारा हम दोनों दूजा किला वहाना ਉਹਦੀ ਕੀ ਸੂਰਤ ਹਾਲ ਹੈ ਉਹ ਅਜੇ ਤਾਈਂ ਅੱਧਾ ਹੀ ਅੱਧੇ ਨਾਲ ਵੀ ਥੋੜਾ 25% ਜੇ ਕੱਟਿਆ ਗਿਆ ਚਲੋ ਇਹ ਜੇ ਦੂਜਾ ਕਿੱਲਾ ਇਹ ਜੇ ਥੋੜਾ ਜਿਹਾ ਭਤੀਜਾ 25% ਇਹ ਅਜੇ ਕਾਫੀ ਜ਼ਿਆਦਾ ਰਹਿੰਦਾ ਹੈ ਇਹ ਜੇ ਦੂਜਾ ਕਿੱਲਾ ਆਹ ਹੈ ਦੂਜਾ ਕਿੱਲਾ ਸਾਡਾ ਇਹ ਵੀ ਤੁਹਾਨੂੰ ਆ ਰਿਹਾ ਹੁਣ ਨਾਲ ਨਾਲ ਇਹ ਇਸ ਤਰ੍ਹਾਂ ਦਾ ਚੱਲ ਚਲੀਏ
ਦੇਖੋ ਦੂਜਾ ਕਿਲਾ ਇਹ ਮੈਨੂੰ ਅੱਧਾ ਹੋ ਗਿਆ ਜੇ ਤਾਈ ਸੌਰੀ ਮੈਨੂੰ ਲੱਗਦਾ ਅੱਧਾ ਹੋ ਗਿਆ ਮੈਂ 25% ਕਹਿ ਰਿਹਾ था तकरीबन आधा हो चुका है कुछ खला है कुछ हो चुका है देखो कटाई के मेले जी ये भी जारी है इस टाइम चलिए देखो है जी सारिया पिंडा बनिया ने बनना जाएगा ये नाल कपड़े भी चंगी तरह बनना मिलता है हाल चलिए फिर क्यों तेरी माई ने वो लै गए ने ना वो घर लै गए उत्थों ना कट बनाने विच बैद बनाई दी कनक है ਇੱਥੇ ਹੋ ਗਿਆ ਮੰਜੇ ਉੱਤੇ ਬੰਦਾ ਬੈਠ ਬਣਾਵੇ ਬੜੀ ਕਮਾਲ ਹਾਏ 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 वो तो किला पूरा हो गई पिछला किला पूरा हो गई